ਕੀ ਮਾਮਲਾ ਹੈ? ਤੁਸੀਂ ਟਵੀਟ ਕਰ ਦਿੱਤਾ ਸਿੱਧਾ ਕੈਪਟਨ ਸਾਹਿਬ ਨੂੰ ਕਿ ਭਾਈ ਔਰ ਵੈਕਸੀਨੇਸ਼ਨ ਦੇ ਪ੍ਰਾਈਸ ਤੇ ਘੇਰ ਲਿੱਤਾ, ਕੀ ਕਹਿਣਾ ਚਾਹੁੰਦੇ ਹੋ? ਫਤਿਹ ਕਿੱਟ ਜਿਹੜੀ ਹੈ ਉਹ 1000-1500 ਰੁਪਏ ਦੀ ਉਹ ਬੰਦੇ ਨੂੰ ਭੇਜ ਦਿੱਤੀ ਜਾਂਦੀ ਹੈ। ਦੂਜੇ ਪਾਸੇ ਫਰਮਾਨ ਆ ਜਾਂਦਾ ਹੈ ਕਿ ਜੇ ਵੈਕਸੀਨੇਸ਼ਨ ਲਵਾਉਣੀ ਹੈ ਵਰਕਰਾਂ ਨੇ ਜਾਂ ਇੰਪਲੋਈਜ਼ ਨੇ ਇੰਡਸਟਰੀ ਦੇ ਤਾਂ ਉਹਨਾਂ ਨੂੰ 430 ਰੁਪਏ ਦੇਣੇ ਪੈਣਗੇ। ਭਈਆ ਨੂੰ ਸਮਝ ਨਹੀਂ ਆਈ ਸਰਕਾਰ ਕਰਨਾ ਕੀ ਚਾਹੁੰਦੀ ਹੈ। ਕੀ ਸਰਕਾਰ ਆ ਚਾਹੁੰਦੀ ਹੈ ਕਿ ਬੰਦੇ ਇਨਫੈਕਟਡ ਹੋਣ ਤੇ 1500 ਰੁਪਏ ਖਰਚ ਕਰੀਏ, ਜਾਂ ਬੰਦੇ ਹੈਲਦੀ ਹੋਣ ਤੇ 430 ਰੁਪਏ ਖਰਚ ਕਰਕੇ ਤੇ ਅਸੀਂ ਜਿਹੜੀ ਉਹ ਵੈਕਸੀਨੇਸ਼ਨ ਹੈ ਉਹ ਬੰਦਿਆਂ ਨੂੰ ਆ ਦਿੱਤੀ ਜਾਵੇ। ਭਾਰਤ ਬਾਇਓਟੈਕ ਹੈ ਜਿਹੜੀ ਕੰਪਨੀ ਨੇ ਹਿੰਦੁਸਤਾਨ ਦੀ ਕੋਵੈਕਸੀਨ ਬਣਾਈ ਹੈ, ਉਹ ਤੇ 250 ਰੁਪਏ 300 ਰੁਪਏ ਤੁਹਾਨੂੰ ਡੋਜ਼ ਦੇ ਰਹੀ ਹੈ। ਫਿਰ ਪ੍ਰੋਫਿਟੇਬਿਲਿਟੀ ਕਿਉਂ ਇੰਡਸਟਰੀਲਿਸਟਾਂ ਕੋਲ ਲੈਣੀ? ਇਹਦਾ ਮਤਲਬ ਹੈ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਨ ਦੀ ਸਟੇਟ ਆਫ ਕਨਫਿਊਜ਼ਨ ਹੈ। ਇਹਨਾਂ ਨੂੰ ਖੁਦ ਨਹੀਂ ਪਤਾ ਚੱਲ ਰਿਹਾ ਕਿ ਕਰੋਨਾ ਨੂੰ ਕਿੱਦਾਂ ਟਰੀਟ ਕਰਨਾ ਹੈ। ਕੀ ਅਸੀਂ ਇਨਫੈਕਟਡ ਬੰਦੇ ਨੂੰ ਟਰੀਟ ਕਰਨਾ ਹੈ ਕਿ ਜਾਂ ਹੈਲਦੀ ਬੰਦੇ ਨੂੰ ਇਨਫੈਕਟਡ ਹੋਣ ਨਹੀਂ ਦੇਣਾ? ਕਿ ਪੰਜਾਬ ਦੇ ਵਿੱਚ ਕਨਫਿਊਜ਼ਨ ਦਾ ਮਾਹੌਲ ਹੈਗਾ ਤੇ ਕਨਫਿਊਜ਼ਨ ਦੂਰ ਕੌਣ ਕਰੂਗਾ? ਕਨਫਿਊਜ਼ਨ ਦੂਰ ਪੰਜਾਬ ਦਾ ਮੁੱਖ ਮੰਤਰੀ ਹੀ ਕਰ ਸਕਦਾ ਹੈ। ਤੇ ਮੈਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਵਰਿੰਦਰ ਸ਼ਰਮਾ ਉਹਨਾਂ ਨੂੰ ਵੀ ਮੈਸੇਜ ਕੀਤਾ ਕਿ ਪਲੀਜ਼ ਆ ਕਨਫਿਊਜ਼ਨ ਦੂਰ ਕਰੋ ਕਿ ਆ 430 ਰੁਪਏ ਅਸੀਂ ਲੈ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਪੈਸੇ ਮੰਗਣਾ ਕੈਪਟਨ ਸਾਹਿਬ ਆ ਕੋਈ ਜਾਇਜ਼ ਗੱਲ ਨਹੀਂ ਲੱਗਦੀ। ਸਾਰਿਆਂ ਦਾ ਵਤੀਰਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਹਰ ਨਾਗਰਿਕ ਇੱਕ ਸਮਾਨ ਹੈਗਾ। ਜੇ ਮੈਨੂੰ ਫ੍ਰੀ ਵੈਕਸੀਨ ਲੱਗੀ ਹੈ ਤਾਂ ਮੈਂ ਚਾਹੁੰਦਾ ਕਿ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਫ੍ਰੀ ਵੈਕਸੀਨ ਲੱਗਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਸਾਨੂੰ ਦੱਸ ਦਿਓ। ਕੀ ਲੱਗਦਾ ਤੁਹਾਨੂੰ ਕਿ ਡਿਟਰਮੀਨੇਸ਼ਨ ਦੀ ਕਮੀ ਆ ਗਈ ਹੈ, ਜਿਹੜੀ ਹੈਗੀ ਹੈ ਇੱਛਾ ਸ਼ਕਤੀ ਖਤਮ ਹੋ ਗਈ? ਅੱਜ ਕੱਲ੍ਹ ਤੇ ਲੋਕੀ ਜਾ ਕੇ ਚੀਕੂ ਦਾ ਤੇ ਸੀਤਾਫਲ ਦਾ ਭਾਅ ਪੁੱਛਣ ਲੱਗ ਪਏ ਨੇ ਤੇ ਤੁਸੀਂ ਕਰੋਨਾ ਦੀ ਗੱਲ ਕਰੀ ਜਾਂਦੇ ਜੇ। ਇੱਕ ਨਾਗਰਿਕ ਹੋਣ ਦੇ ਨਾਤੇ ਕੁਐਸਚਨ ਪੁੱਛ ਰਿਹਾ ਕਿ ਛੱਡ ਦਿਓ, ਕੁਰਸੀਆਂ ਆਉਂਦੀਆਂ ਰਹਿਣਗੀਆਂ, ਕੁਰਸੀਆਂ ਜਾਂਦੀਆਂ ਰਹਿਣਗੀਆਂ। ਕਿਸੇ ਬੰਦੇ ਦੀ ਇੱਕ ਜ਼ਿੰਦਗੀ ਜਿਹੜੀ ਜੇ ਚਲੀ ਗਈ ਉਹ ਵਾਪਸ ਨਹੀਂ ਜੇ ਆਉਣੀ ਤੇ ਤੁਹਾਨੂੰ ਕਿਸੇ ਨੇ ਮਾਫ ਨਹੀਂ ਜੇ ਕਰਨਾ। ਹਿਸਟਰੀਆਂ ਯਾਦ ਰੱਖਣਗੀਆਂ। ਜੇ ਡਾਕਟਰ ਸੋਈ ਇਕੱਲਾ 10-12 ਜੇ ਆਕਸੀਜਨ ਕੰਸਨਟਰੇਟਰ ਪ੍ਰੋਵਾਈਡ ਕਰ ਰਿਹਾ, ਜੇ ਅਸੀਂ 1.5-2 ਲੱਖ ਰੁਪਈਆ ਅੱਜ ਅਸੀਂ PM ਕੇਅਰ ਰਿਲੀਫ ਫੰਡ 'ਚ ਵੀ ਭੇਜ ਰਹੇ ਹਾਂ ਤੇ ਇੱਦਾਂ ਦੇ ਬੜੇ ਸੋਈ ਹੈਗੇ ਨੇ। ਤੁਸੀਂ ਇੱਕ ਵਾਰੀ ਹੱਥ ਖੜੇ ਕਰ ਦਿਓ ਕੈਪਟਨ ਸਾਹਿਬ, ਅਸੀਂ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਪੰਜਾਬੀ ਬਚਾ ਲੈਣਗੇ। ਪਰ ਹੱਥ ਖੜੇ ਕਰੋ, ਇੱਦਾਂ ਦੀ ਕਨਫਿਊਜ਼ਨ ਦਾ ਦੀ ਸਟੇਟ ਜਿਹੜੀ ਹੈ ਉਹ ਨਾ ਕਰੋ। ਉਹਨਾਂ ਨੇ ਇੱਕ ਆਫਰ ਦਿੱਤੀ ਸੀ ਕਿ ਐਟਲੀਸਟ ਇੰਡਸਟਰੀ ਜਿਹੜੀ ਕਿ ਪੇ ਕਰ ਸਕਦੀ ਹੈ, ਤੁਸੀਂ 1 ਲੱਖ ਡੋਜ਼ ਦੇ ਆਸ-ਪਾਸ ਸਾਨੂੰ ਦੇ ਦਿੱਤੋ ਤਾਂ ਜੋ ਤੁਹਾਨੂੰ ਉਹ ਤੁਸੀਂ ਰੇਟ ਟੂ ਰੇਟ ਦੇ ਦਿਓ ਜਾਂ ਪ੍ਰੋਫਿਟ ਲੈ ਲਓ। ਸੰਦੀਪ ਜੀ, ਜੇ ਇਦਾਂ ਦੀ ਗੱਲ ਹੁੰਦੀ ਤੇ ਇੰਡਸਟਰੀ ਵਾਲੇ ਆਪਸ ਵਿੱਚ ਮੈਸੇਜ ਨਾ ਕਰਦੇ ਕਿ ਸਾਨੂੰ 430 ਰੁਪਏ ਦੀ ਵੈਕਸੀਨ ਜਿਹੜੀ ਹੈ ਸਰਕਾਰ ਦੇ ਰਹੀ ਹੈ। ਕਿ DC ਸਾਹਿਬ ਜਾਂ GMDIC ਵੱਲੋਂ ਹੀ ਇੱਕ ਮੈਸੇਜ ਦਿੱਤਾ ਗਿਆ ਕਿ ਜਿਹੜੇ ਵੀ ਇੰਡਸਟਰੀਜ਼ ਨੂੰ ਚਾਹੀਦੀ ਹੈ, ਇੰਡਸਟਰੀਅਲ ਹਾਊਸ ਨੂੰ ਚਾਹੀਦੀ ਹੈ, ਉਹ 430 ਰੁਪਏ ਦੇ ਹਿਸਾਬ ਨਾਲ ਪੇ ਕਰ ਸਕਦਾ। ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈ ਨਹੀਂ। ਫਿਰ ਮੈਂ ਤਾਂ ਤੁਹਾਨੂੰ ਪਹਿਲੀ ਗੱਲ ਹੀ ਕੀਤੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਫਿਰ ਹੱਥ ਖੜੇ ਕਰ ਦਿਓ। ਫਿਰ ਪੰਜਾਬੀਆਂ ਨੂੰ ਕਹਿ ਦਿਓ ਵੀ ਪੰਜਾਬੀਓ ਆਪਣਾ ਬਚਾਅ ਆਪੇ ਕਰ ਲਓ। ਫਿਰ ਤੁਹਾਨੂੰ ਕਹਿਣ ਦੀ ਜ਼ਰੂਰਤ ਹੀ ਕੋਈ ਨਹੀਂ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा तो अज का जिहड़ा साडा मुद्दा है वो है वैक्सीनेशन का। जी हाँ, पंजाब दे विच जिथे पंजाब गवर्नमेंट ने हैल्थ डिपार्टमेंट ने एक जिहड़ा उपराला किया है इंडस्ट्रीयल हाउसिस नूं 430 रुपए वैक्सीनेशन देण दा पर डोज का, उत्थे ही इस वैक्सीनेशन ਜਿਹੜੀ ਹੈਗੀ ਹੈ ਇਹ ਵੈਕਸੀਨੇਸ਼ਨ ਇਹ ਇੱਕ ਵਿਵਾਦਿਤ ਮੁੱਦਾ ਬਣ ਗਈ ਹੈ। ਅੱਜ ਜੇ ਗੱਲ ਕਰੀਏ ਤਾਂ BJP ਦੇ ਸਪੋਕਸਪਰਸਨ ਜਿਹੜੇ ਹੈਗੇ ਕਮਲਜੀਤ ਸੋਈ ਜੀ, ਜਿਹੜੇ ਕਿ ਟ੍ਰੈਫਿਕ ਦੇ ਵੀ ਮਾਰਸ਼ਲ ਹੈਗੇ ਹੈ ਔਰ ਨੈਸ਼ਨਲ ਲੈਵਲ 'ਤੇ ਜਿਹੜੇ ਹੈਗੇ ਬੋਡੀ ਦੇ ਵਿੱਚ ਹੈਗੇ ਹੈ। ਸੋ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਨੇ ਇੱਕ ਟਵੀਟ ਕਰ ਦਿੱਤਾ ਔਰ CM ਨੂੰ ਸਿੱਧਾ ਟਾਰਗੇਟ ਕੀਤਾ ਗਿਆ। ਬਹੁਤ ਸਾਰੀਆਂ ਗੱਲਾਂ ਹੈਗੀਆਂ, ਕੀ ਟਵੀਟ ਹੈ ਔਰ ਕੀ ਮਾਮਲਾ, ਆਓ ਇਸ ਬਾਰੇ 'ਚ ਗੱਲ ਕਰਦੇ ਹਾਂ ਕਮਲਜੀਤ ਸੋਈ ਜੀ ਨਾਲ ਤੇ ਪੁੱਛਦੇ ਹਾਂ ਕੀ ਹੈ ਮਾਮਲਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜਨ ਹਿਤੈਸ਼ੀ ਦੇ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਰ। ਕੀ ਮਾਮਲਾ ਹੈ? ਤੁਸੀਂ ਟਵੀਟ ਕਰ ਦਿੱਤਾ ਸਿੱਧਾ ਕੈਪਟਨ ਸਾਹਿਬ ਨੂੰ ਕਿ ਭਾਈ ਔਰ ਵੈਕਸੀਨੇਸ਼ਨ ਦੇ ਪ੍ਰਾਈਸ ਤੇ ਘੇਰ ਲਿੱਤਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਬੜੀ ਵੱਡੀ ਮਹਾਮਾਰੀ ਫੈਲੀ ਹੋਈ ਹੈ। ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਮਹਾਮਾਰੀ ਜਲਦੀ ਠੱਲ ਪਵੇ ਅਤੇ ਜਿਹੜੀਆਂ ਮੌਤਾਂ ਹੋ ਰਹੀਆਂ, ਜਿਹੜੇ ਇੰਨਾ ਤਬਾਹੀ ਹੋ ਰਹੀ ਹੈ ਹਿੰਦੁਸਤਾਨ 'ਚ, ਪੰਜਾਬ ਦੇ ਵਿੱਚ ਅਤੇ ਸਾਰੇ ਵਰਲਡ ਦੇ ਵਿੱਚ, ਉਹ ਰੁਕੇ। ਦੂਜੇ ਪਾਸੇ ਜੇ ਗੱਲ ਕਰੀਏ ਅਸੀਂ ਪੰਜਾਬ ਦੀ ਜਾਂ ਲੁਧਿਆਣੇ ਦੀ, ਅਤੇ ਸਾਡੀ ਜਿਹੜੀ ਡੈਥ ਰੇਟ ਹੈਗੀ ਹੈ ਪੰਜਾਬ ਦੀ ਉਹ ਸਾਰੇ ਹਿੰਦੁਸਤਾਨ ਨਾਲੋਂ ਵੱਧ ਹੈ। ਬਹੁਤ ਜ਼ਿਆਦਾ ਕੇਸ ਲੁਧਿਆਣੇ 'ਚ ਵਧੇ ਨੇ।
ਤੇ ਇੱਕ ਪਾਸੇ ਤੇ ਮੈਂ ਸੀਐਮ ਸਾਹਿਬ ਦੀਆਂ ਐਫਰਟਸ ਨੂੰ ਜੋ ਪਿਛਲੀ ਵਾਰੀ ਇਹਨਾਂ ਨੇ ਕੀਤਾ ਸੀਗਾ, ਮੈਂ ਉਦੋਂ ਵੀ ਇਹਨਾਂ ਨੂੰ ਤਾਰੀਫ ਕੀਤੀ ਸੀਗੀ ਕਿ ਕੈਪਟਨ ਹੈਜ਼ ਲੈਡ ਫਰੋਮ ਦੀ ਫਰੰਟ ਤੇ ਕੈਪਟਨ ਨੇ ਇਹਨੂੰ ਕੰਟਰੋਲ ਕੀਤਾ। ਲੇਕਿਨ ਜੋ ਐਤਕੀ ਹੋਇਆ ਸੰਦੀਪ ਜੀ, ਐਤਕੀ ਥੋੜਾ ਜਿਹਾ ਉਲਟਾ ਹੋ ਗਿਆ ਜੀ। ਐਤਕੀ ਇਹਨਾਂ ਨੇ ਸ਼ਾਇਦ ਆਪਣੀ ਰਾਜਨੀਤੀ ਦੇ ਚੱਕਰਾਂ 'ਚ ਪੰਜਾਬ ਨੂੰ ਕਿਸੇ ਪਾਸੇ ਭੁੱਲ ਹੀ ਗਏ ਨੇ। ਤੇ ਜਦੋਂ ਆ ਮੈਂ ਦੇਖਿਆ ਕਿ ਲੁਧਿਆਣੇ ਸ਼ਹਿਰ ਦੇ ਇੰਡਸਟਰੀਲਿਸਟਾਂ ਨੂੰ, ਦੇਖੋ ਮੈਂ ਪਹਿਲੀ ਗੱਲ ਤੇ ਮੈਂ ਕੋਈ ਗਲਤ ਨਹੀਂ ਮੰਨਦਾ ਜੇ ਇੰਡਸਟਰੀਲਿਸਟ ਆਪਣੇ ਵਰਕਰਾਂ ਵਾਸਤੇ ਪੈਸੇ ਖਰਚਣ, ਇਹ 'ਚ ਕੋਈ ਗਲਤੀ ਨਹੀਂ ਹੈ। ਮੈਂ ਤਾਂ ਈਵਨ ਜਿੰਨੇ ਦੇਸ਼ ਦੇ 20 ਵੱਡੇ ਇੰਡਸਟਰੀਲਿਸਟ ਨੇ ਉਹਨਾਂ ਨੂੰ ਅਪੀਲ ਕੀਤੀ ਸੀਗੀ ਕਿ ਤੁਸੀਂ ਆਪਣੇ 1 ਮਹੀਨੇ ਦੇ ਪ੍ਰੋਫਿਟ ਦੇ ਵਿੱਚੋਂ ਸਾਰੇ ਵੈਕਸੀਨੇਸ਼ਨ ਦਾ ਤੇ ਸਾਰੇ ਕਰੋਨਾ ਦਾ ਖਰਚਾ ਸਹਿ ਸਕਦੇ ਹੋ, ਤੇ ਤੁਹਾਨੂੰ ਸਹਿਣਾ ਚਾਹੀਦਾ ਕਿਉਂਕਿ ਉਹ ਤੁਸੀਂ ਜਿਹੜੇ ਕੰਟਰੀ ਨੂੰ ਲੋੜ ਹੈ, ਤਾਂ ਤੁਸੀਂ ਜਿਹੜੀ ਆ ਵੈਲਥ ਬਣਾਈ ਹੈ ਆ ਕੰਟਰੀ ਕੋਲੋਂ ਹੀ ਬਣਾਈ ਹੈ ਤੇ ਤੁਹਾਨੂੰ ਕੰਟਰੀ ਨੂੰ ਤੁਹਾਨੂੰ ਵਾਪਸ ਦੇਣਾ ਚਾਹੀਦਾ। ਲੇਕਿਨ ਪੰਜਾਬ ਦੇ ਵਿੱਚ ਬੜੀ ਨਾ ਇੱਕ ਹੈਰਾਨੀਜਨਕ ਗੱਲ ਹੋਈ ਹੈ ਜਿਹੜੀ ਦੱਸਣੀ ਤੇ ਲੋਕਾਂ ਨਾਲ ਸ਼ੇਅਰ ਕਰਨੀ ਉਨੀ ਹੀ ਜ਼ਰੂਰੀ ਹੈ ਜਿੰਨਾ ਕਿ ਕੈਪਟਨ ਸਾਹਿਬ ਦੀ ਪਿਛਲੇ ਵਾਰੀ ਦੀ ਤਾਰੀਫ ਕਰਨੀ ਜ਼ਰੂਰੀ ਸੀਗੀ। ਉਹ ਗੱਲ ਇੱਦਾਂ ਹੋਈ ਹੈ ਕਿ ਜਦੋਂ ਤੇ ਇੱਕ ਬੰਦਾ ਇਨਫੈਕਟਡ ਹੋ ਜਾਂਦਾ ਹੈ ਤੇ ਪੋਜ਼ਿਟਿਵ ਆ ਜਾਂਦਾ ਹੈ ਤੇ ਉਹਦੀ ਰਿਪੋਰਟ ਚਲੀ ਜਾਂਦੀ ਹੈ ਕਿ ਆਹ ਬੰਦਾ ਕਰੋਨਾ ਪੋਜ਼ਿਟਿਵ ਆਇਆ ਹੈ, ਉਦੋਂ ਤੇ ਸਰਕਾਰ ਫਤਿਹ ਕਿੱਟ ਭੇਜ ਦਿੰਦੀ ਹੈ। ਠੀਕ ਹੈ ਜੀ। ਮੈਂ ਉਸ ਗੱਲ ਤੇ ਨਹੀਂ ਆਉਣਾ ਚਾਹੁੰਦਾ ਕਿ ਫਤਿਹ ਕਿੱਟ ਕਿੱਦਾਂ ਲਈਆਂ ਗਈਆਂ, ਕਿਹੜੇ ਬੰਦਿਆਂ ਥਰੂ ਲਈਆਂ ਗਈਆਂ, ਕਿਹਨੂੰ ਠੇਕਾ ਦਿੱਤਾ ਗਿਆ ਲੁਧਿਆਣੇ 'ਚ, ਕੀ ਹੋਇਆ ਤੇ ਕੀ ਨਹੀਂ ਹੋਇਆ। ਬਟ ਆਹ ਜ਼ਰੂਰ ਹੈ ਕਿ ਫਤਿਹ ਕਿੱਟ ਜਿਹੜੀ ਹੈ ਉਹ 1000-1500 ਰੁਪਏ ਦੀ ਉਹ ਬੰਦੇ ਨੂੰ ਭੇਜ ਦਿੱਤੀ ਜਾਂਦੀ ਹੈ। ਦੂਜੇ ਪਾਸੇ ਫਰਮਾਨ ਆ ਜਾਂਦਾ ਹੈ ਕਿ ਜੇ ਵੈਕਸੀਨੇਸ਼ਨ ਲਵਾਉਣੀ ਹੈ ਵਰਕਰਾਂ ਨੇ ਜਾਂ ਇੰਪਲੋਈਜ਼ ਨੇ ਇੰਡਸਟਰੀ ਦੇ ਤਾਂ ਉਹਨਾਂ ਨੂੰ 430 ਰੁਪਏ ਦੇਣੇ ਪੈਣਗੇ। ਭਈਆ ਮੈਂ ਸਮਝ ਨਹੀਂ ਆਈ ਸਰਕਾਰ ਕਰਨਾ ਕੀ ਚਾਹੁੰਦੀ ਹੈ। ਕੀ ਸਰਕਾਰ ਆ ਚਾਹੁੰਦੀ ਹੈ ਕਿ ਬੰਦੇ ਇਨਫੈਕਟਡ ਹੋਣ ਤੇ 1500 ਰੁਪਇਆ ਖਰਚ ਕਰੀਏ, ਜਾਂ ਬੰਦੇ ਹੈਲਦੀ ਹੋਣ ਤੇ 430 ਰੁਪਏ ਖਰਚ ਕਰਕੇ ਤੇ ਅਸੀਂ ਜਿਹੜੀ ਉਹ ਵੈਕਸੀਨੇਸ਼ਨ ਹੈ ਉਹ ਬੰਦਿਆਂ ਨੂੰ ਆ ਦਿੱਤੀ ਜਾਵੇ। ਫਿਰ ਐਜ਼ ਜਿਹੜੀ ਭਾਰਤ ਬਾਇਓਟੈਕ ਹੈ ਜਿਹੜੀ ਕੰਪਨੀ ਨੇ ਹਿੰਦੁਸਤਾਨ ਦੀ ਨੇ ਕੋਵੈਕਸੀਨ ਬਣਾਈ ਹੈ ਉਹ ਤੇ 250 ਰੁਪਏ 300 ਰੁਪਏ ਤੁਹਾਨੂੰ ਡੋਜ਼ ਦੇ ਰਹੀ ਹੈ। ਫਿਰ ਪ੍ਰੋਫਿਟੇਬਿਲਿਟੀ ਕਿਉਂ ਇੰਡਸਟਰੀਲਿਸਟਾਂ ਕੋਲ ਲੈਣੀ? ਆਹ ਗੱਲ ਥੋੜ੍ਹੀ ਮੈਨੂੰ ਸਮਝ ਨਹੀਂ ਆਈ ਤੇ ਮੈਂ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਮੈਂ ਉਹ ਟਵੀਟ ਕੀਤਾ ਵੀ ਸ਼ਾਇਦ ਉਹਨਾਂ ਦੀ ਨੌਲੇਜ 'ਚ ਨਾ ਹੋਵੇ, ਤੇ ਜੇ ਉਹਨਾਂ ਦੀ ਨੌਲੇਜ 'ਚ ਹੈਗਾ ਤੇ ਫਿਰ ਆ ਜਿਹੜੀ ਐਡੇ ਵੱਡੇ ਦਾਅਵੇ ਕਰਨੇ ਕਿ ਆਹ ਵੈਕਸੀਨ ਤੇ ਅਸੀਂ ਫ੍ਰੀ ਲਾ ਰਹੇ ਹਾਂ, ਫਿਰ ਉਹ ਦਾਅਵੇ ਝੂਠੇ ਨੇ। ਤੇ ਜੇ ਦਾਅਵੇ ਝੂਠੇ ਨੇ ਤੇ ਫਿਰ ਸਾਨੂੰ ਉਹ ਸੋਚਣਾ ਚਾਹੀਦਾ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਨ ਦੀ ਸਟੇਟ ਆਫ ਕਨਫਿਊਜ਼ਨ ਹੈ। ਇਹਨਾਂ ਨੂੰ ਖੁਦ ਨਹੀਂ ਪਤਾ ਚੱਲ ਰਿਹਾ ਕਿ ਕਰੋਨਾ ਨੂੰ ਕਿੱਦਾਂ ਟਰੀਟ ਕਰਨਾ ਹੈ। ਕੀ ਅਸੀਂ ਇਨਫੈਕਟਡ ਬੰਦੇ ਨੂੰ ਟਰੀਟ ਕਰਨਾ ਹੈ ਕਿ ਜਾਂ ਹੈਲਦੀ ਬੰਦੇ ਨੂੰ ਇਨਫੈਕਟਡ ਹੋਣ ਨਹੀਂ ਦੇਣਾ? ਆਹ ਸਭ ਤੋਂ ਵੱਡੀ ਗੱਲ ਹੈਗੀ ਹੈ। ਚਾਹੇ ਆਕਸੀਜਨ ਦੀ ਘਾਟ ਹੋਵੇ, ਬੈੱਡਾਂ ਦੀ ਘਾਟ ਹੋਵੇ, ਚਾਹੇ ਹੋਰ ਤਰੀਕੇ ਨਾਲ ਕਈ ਗੱਲਾਂ ਤੁਸੀਂ ਉਜਾਗਰ ਕੀਤੀਆਂ, ਉਹ ਕਈ ਕੰਟਰੋਵਰਸੀ ਵੀ ਬਣੀਆਂ ਮੈਂ ਦੇਖੀਆਂ ਸਾਰੀਆਂ, ਲੇਕਿਨ ਉਹ ਸਾਰੀਆਂ ਚੀਜ਼ਾਂ 'ਚ ਆਹ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਇੱਕ ਪੰਜਾਬ ਦੇ ਵਿੱਚ ਕਨਫਿਊਜ਼ਨ ਦਾ ਮਾਹੌਲ ਹੈਗਾ ਤੇ ਕਨਫਿਊਜ਼ਨ ਦੂਰ ਕੌਣ ਕਰੂਗਾ? ਕਨਫਿਊਜ਼ਨ ਦੂਰ ਪੰਜਾਬ ਦਾ ਮੁੱਖ ਮੰਤਰੀ ਹੀ ਕਰ ਸਕਦਾ ਤੇ ਤਾਂ ਹੀ ਮੈਨੂੰ ਉਹ ਜ਼ਬਰਦਸਤੀ ਮਜਬੂਰੀ ਦੇ ਨਾਲ ਉਹ ਟਵੀਟ ਕਰਨਾ ਪਿਆ ਤੇ ਪੁੱਛਣਾ ਪਿਆ। ਮੈਂ ਤੁਹਾਨੂੰ ਇੱਕ ਵਾਰ ਹੋਰ ਦੱਸ ਦਿੰਦਾ, ਜਦੋਂ ਆ ਮੈਸੇਜ ਮੈਨੂੰ ਇੰਡਸਟਰੀਲਿਸਟਾਂ ਵੱਲੋਂ ਆਇਆ ਤੇ ਮੈਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਵਰਿੰਦਰ ਸ਼ਰਮਾ ਉਹਨਾਂ ਨੂੰ ਵੀ ਮੈਸੇਜ ਕੀਤਾ ਕਿ ਪਲੀਜ਼ ਆ ਕਨਫਿਊਜ਼ਨ ਦੂਰ ਕਰੋ ਕਿ ਆ 430 ਰੁਪਏ ਅਸੀਂ ਲੈ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਤੇ ਤੁਸੀਂ 15-20 ਲੱਖ ਬੰਦਿਆਂ ਨੂੰ ਆ ਕਰਤਾ ਕਿ ਅਸੀਂ ਵੈਕਸੀਨੇਸ਼ਨ ਫ੍ਰੀ ਲਾਤੀ, ਇੰਨੇ ਕੈਂਪ ਲਾਤੇ, ਇੰਨੇ ਕਾਉਂਸਲਰਾਂ ਨੇ, ਚਾਹੇ ਉਹ ਜਿਹੜੀ ਰੂਲਿੰਗ ਪਾਰਟੀ ਹੋਏ ਉਹਨਾਂ ਦੇ ਕਾਉਂਸਲਰਾਂ ਨੂੰ ਹੀ ਤੁਸੀਂ ਅਲਾਓ ਕੀਤਾ ਕੈਂਪ ਲਾਣੇ, ਚਾਹੇ ਪੋਲੀਟੀਕਲ ਮਾਈਲੇਜ। ਦੇਖੋ ਹਰ ਜਿਹੜੀ ਪੋਲੀਟੀਕਲ ਪਾਰਟੀ ਜਿਹੜੀ ਸਟੇਟ 'ਚ ਰੂਲ ਕਰਦੀ ਹੈ ਇੰਨਾ ਤੇ ਉਹਨਾਂ ਨੇ ਆਪਣੇ ਕਾਉਂਸਲਰਾਂ ਨੂੰ ਫਾਇਦਾ ਦੇਣਾ ਹੀ ਹੁੰਦਾ, ਚਾਹੇ 4.5 ਸਾਲ 5 ਸਾਲ ਕੱਖ ਵੀ ਨਾ ਕੀਤਾ ਹੋਏ। ਤੁਸੀਂ ਸਾਡੇ ਬੀਜੇਪੀ ਪਾਰਟੀ ਦੇ ਕਾਉਂਸਲਰਾਂ ਨੂੰ ਜਾਂ ਦੂਜੇ ਬੰਦਿਆਂ ਨੂੰ ਕੈਂਪ ਲਾਉਣ ਤੋਂ ਵੀ ਰੋਕਿਆ, ਤੇ ਦੂਜੇ ਪਾਸੇ ਅੱਜ ਤੁਸੀਂ ਇੰਡਸਟਰੀਲਿਸਟਾਂ ਨੂੰ 430 ਰੁਪਏ ਮੰਗ ਰਹੇ ਹੋ, ਉਹਦੇ ਵਿੱਚੋਂ ਪ੍ਰੋਫਿਟ ਵੀ ਮੰਗ ਰਹੇ ਹੋ। ਫਿਰ ਤੁਸੀਂ ਕਹਿ ਰਹੇ ਹੋ CSR ਦੇ ਅੰਡਰ ਦਿਓ। ਪਤਾ ਨਹੀਂ, ਇੰਡਸਟਰੀਲਿਸਟਾਂ ਨੂੰ ਮੇਰੀ ਅਪੀਲ ਹੈਗੀ ਹੈ ਤੁਹਾਡੇ ਚੈਨਲ ਰਾਹੀਂ ਕਿ ਭਰਾਵੋ ਸਾਡੇ ਦੇ ਦੁੱਖ ਦੀ ਘੜੀ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਵਰਕਰਾਂ ਨੂੰ, ਆਪਣੇ EMPLOYEES ਨੂੰ ਫ੍ਰੀ ਵੈਕਸੀਨ ਜਿਹੜਾ ਉਹ ਲਵਾ ਕੇ ਦਈਏ ਤਾਂ ਕਿ ਜਦੋਂ ਵੀ ਕਰੋਨਾ ਕਦੀ ਯਾਦ ਕੀਤਾ ਜਾਵੇ ਤੇ ਆ ਯਾਦ ਕੀਤਾ ਜਾਵੇ ਅਸੀਂ ਵੀ ਇੱਕ ਯੱਗ ਦੇ ਵਿੱਚ ਆਹੂਤੀ ਪਾਈ ਸੀ। ਮੈਨੂੰ ਬੜਾ ਚੰਗਾ ਲੱਗਿਆ ਜਦੋਂ ਪੁਲਿਸ ਪਬਲਿਕ ਫਾਊਂਡੇਸ਼ਨ, ਜਿਹਦੀ ਕਿ ਸ਼ਾਇਦ ਪਤਾ ਕਈਆਂ ਨੂੰ ਪਤਾ ਹੋਣਾ, ਕਈਆਂ ਨੂੰ ਨਹੀਂ ਵੀ ਹੋਣਾ, ਉਹਦਾ ਸੂਤਰਧਾਰ ਕਿਸੇ ਵੇਲੇ ਮੈਂ ਸੀਗਾ ਟੋਕੇ ਸਾਹਿਬ ਦੇ ਨਾਲ, ਜਿਹੜੇ ਇਹਦੇ ਚੇਅਰਮੈਨ ਹੈਗੇ ਨੇ ਪੁਲਿਸ ਪਬਲਿਕ ਫਾਊਂਡੇਸ਼ਨ ਦੇ, ਉਹ ਸੂਤਰਧਾਰ ਉਹਦਾ ਮੈਂ ਸੀ ਜੀ। ਪਟਕਥਾ ਉਹਦੀ ਅਸੀਂ ਲਿਖੀ ਸੀ, ਮੈਂ ਤੇ ਟੋਕੇ ਸਾਹਿਬ ਨੇ।
ਉਹਨਾਂ ਨੇ ਜਦੋਂ ਇੱਕ CMC ਦੇ ਵਿੱਚ ਇੱਕ 100 ਬੈੱਡ ਦਾ ਜਿਹੜਾ ਹਸਪੀਟਲ ਹੈ ਜਾਂ ਕੋਵਿਡ ਵਾਰਡ ਹੈ ਉਹ ਡਿਵੈਲਪ ਕਰਨ ਲਈ ਅੱਗੇ ਆਉਣਗੇ ਤੇ ਇਹਦੇ ਵਾਸਤੇ ਵੀ ਤੇ ਇੰਡਸਟਰੀਜ਼ ਅੱਗੇ ਆ ਸਕਦੇ ਸੀਗੇ। ਲੇਕਿਨ ਕਨਫਿਊਜ਼ਨ ਦੀ ਸਟੇਟ ਜਿਹੜੀ ਬਣੀ ਹੋਈ ਹੈ, ਆਪਾਂ ਇੱਕ ਪਾਸੇ ਹੋ ਜਾਈਏ, ਅਸੀਂ ਜਨਤਾ ਨੂੰ ਕਹਿ ਦਈਏ ਵੀ ਇੰਨੇ ਰੁਪਏ ਦੀ ਕੋਈ ਵੈਕਸੀਨ ਲੱਗਣੀ ਹੈ, ਇੰਨੇ ਰੁਪਏ ਦੀ ਕੋਵਾਸ਼ੀਲਡ ਲੱਗਣੀ ਹੈ, ਇੰਨੇ ਰੁਪਏ ਦੀ ਸਪੂਟਨਿਕ ਲੱਗਣੀ ਹੈ। ਇੱਕ ਪਾਸੇ ਤੇ ਮੈਂ ਸਟੇਟਮੈਂਟਾਂ ਦੇਖ ਰਿਹਾ ਕੈਪਟਨ ਸਾਹਿਬ ਦੀਆਂ ਅੱਜ ਕਿ ਸਪੂਟਨਿਕ ਜਿਹੜੀ ਹੈ ਉਹਦੇ ਵਾਸਤੇ ਐਕਸਪਲੋਰ ਕੀਤਾ ਜਾਵੇ ਕਿ ਜਿਹੜੀ ਰਸ਼ੀਅਨ ਵੈਕਸੀਨ ਸਪੂਟਨਿਕ ਹੈ ਉਹ ਪੰਜਾਬ ਦੇ ਵਿੱਚ ਮੰਗਾਈ ਜਾਵੇ। ਹੈਲਥ ਸੈਕਟਰੀ ਨੇ ਸ਼ਾਇਦ ਗੱਲਾਂ ਵੀ ਸ਼ੁਰੂ ਕਰਤੀਆਂ ਹੋਣੀਆਂ ਆਪਣੇ ਚੀਫ ਸੈਕਟਰੀ ਸਾਹਿਬ ਨੇ, ਤੇ ਲੇਕਿਨ ਦੂਜੇ ਪਾਸੇ ਪੈਸੇ ਮੰਗਣਾ ਕੈਪਟਨ ਸਾਹਿਬ ਆ ਕੋਈ ਜਾਇਜ਼ ਗੱਲ ਨਹੀਂ ਲੱਗਦੀ। ਸਾਰਿਆਂ ਦਾ ਵਤੀਰਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਹਰ ਨਾਗਰਿਕ ਇੱਕ ਸਮਾਨ ਹੈਗਾ। ਜੇ ਮੈਨੂੰ ਫ੍ਰੀ ਵੈਕਸੀਨ ਲੱਗੀ ਹੈ ਤਾਂ ਮੈਂ ਚਾਹੁੰਦਾ ਕਿ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਵੀ ਫ੍ਰੀ ਵੈਕਸੀਨ ਲੱਗਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਸਾਨੂੰ ਦੱਸ ਦਿਓ, ਅਸੀਂ ਆਪ 100 200 ਬੰਦਾ ਲੱਭ ਕੇ ਅਸੀਂ ਉਹਨਾਂ ਦੀ ਵੈਕਸੀਨ ਜਿਹੜੀ ਹੈ ਸਪਾਂਸਰ ਕਰ ਦਿਆਂਗੇ, ਤੇ ਇੰਡਸਟਰੀ ਤੇ ਸਪਾਂਸਰ ਕਰਨ ਨੂੰ ਹੈ ਹੀ। ਸਰ ਇਹਦੇ ਵਿੱਚ ਇੱਕ ਗੱਲ ਪੁੱਛਣਾ ਚਾਹਾਂਗਾ, ਤੁਸੀਂ ਹੁਣੇ ਗੱਲ ਕੀਤੀ ਹੈ ਕਿ ਪਹਿਲੀ ਵਾਰੀ ਤੁਸੀਂ ਖੁਦ ਤਾਰੀਫ ਕੀਤੀ ਸੀ ਜਦੋਂ ਕੈਪਟਨ ਸਾਹਿਬ ਨੇ ਨੁਕੇਲ ਪਾਈ ਸੀ ਕਰੋਨਾ ਦੀ ਪਹਿਲੀ ਵੇਵ ਨੂੰ, ਪਰ ਦੂਜੀ ਵਾਰੀ ਵਾਲੀ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਜਿੱਦਾਂ ਕਿ ਤੁਸੀਂ ਉਹੀ ਕਿਹਾ, ਉਹਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਡਿਟਰਮੀਨੇਸ਼ਨ ਦੀ ਕਮੀ ਆ ਗਈ ਹੈ, ਜਿਹੜੀ ਹੈਗੀ ਹੈ ਇੱਛਾ ਸ਼ਕਤੀ ਖਤਮ ਹੋ ਗਈ? ਇਹ ਦੇਖੋ ਇਸ ਵਕਤ ਪੰਜਾਬ 'ਚ ਮਾਹੌਲ ਅਫਰਾ ਤਫਰੀ ਵਾਲਾ ਮਚਿਆ ਹੋਇਆ ਹੈ, ਚਾਹੇ ਉਹ ਕਾਂਗਰਸ ਦੇ ਕੈਪਟਨ ਦੇ ਘਰ ਦੇ ਵਿੱਚ ਹੋਵੇ ਤੇ ਚਾਹੇ ਪੋਲੀਟੀਕਲ ਸਰਕਲ ਦੇ ਵਿੱਚ ਹੋਵੇ, ਚਾਹੇ ਕੈਬਨਿਟ ਮੀਟਿੰਗਾਂ ਦੇ ਵਿੱਚ ਹੋਵੇ। ਤੁਸੀਂ ਦੇਖੋਗੇ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ। ਅੱਜ ਪ੍ਰਗਟ ਸਿੰਘ ਹੁਣਾਂ ਨੇ ਖੁਲਾਸੇ ਕੀਤੇ ਨੇ, ਕੱਲ ਨਵਜੋਤ ਸਿੱਧੂ ਕਰ ਰਿਹਾ ਸੀਗਾ, ਅੱਜ ਵੀ ਨਵਜੋਤ ਸਿੱਧੂ ਨੇ ਜੀ ਹੋਰ ਕਰ ਦਿੱਤੇ। ਅੱਜ ਦੱਸੋ ਹੁਣ ਦੇਖੋ ਉਹਨਾਂ ਦੇ ਜਦੋਂ ਨਾ ਉਹਨੂੰ ਇੱਕ ਕੁਰਸੀ ਦੀ ਜੰਗ ਲੱਗੀ ਹੋਈ ਹੈ ਸੰਦੀਪ ਜੀ ਇਸ ਵਕਤ, ਤੇ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਇੰਨੀਆਂ 77 ਸੀਟਾਂ ਤੋਂ ਬਾਅਦ ਬੰਦੇ ਨੂੰ ਕੁਰਸੀ ਦਾ ਡਰ ਪੈਂਦਾ ਹੋਵੇ। ਅੱਜ ਜਦੋਂ ਆ ਫੋਨ ਜਾਵੇ ਇੱਕ MLA ਨੂੰ, ਉਹ ਤੇਰੀਆਂ ਸਾਡੇ ਪਰਚੀਆਂ ਸਾਰੀਆਂ ਅਸੀਂ ਕੱਢ ਲਈਆਂ ਤੇ ਤੂੰ ਬਚ ਜਾ ਹੁਣ। ਦੂਜੇ ਪਾਸੇ ਸਿੱਧੂ ਦੇ ਉੱਥੇ ਸਾਰੇ ਵਿਜੀਲੈਂਸ ਕੇਸ, ਤੀਜੇ ਪਾਸੇ ਚੰਨੀ ਹੋਣਾ ਦੇ ਇੱਕ ਸੀਨੀਅਰ IAS ਅਫਸਰ ਨੂੰ ਮੈਸੇਜ ਭੇਜੇ ਹੋਏ ਸਾਰੇ ਕੱਢੇ ਜਾਣ, ਤੇ ਇਹ ਤੇ ਕੁਰਸੀ ਦੀ ਜੰਗ। ਤੁਸੀਂ ਆਪਣੇ ਬੰਦਿਆਂ ਨੂੰ ਥੋੜੀ ਬਚਾਉਂਦੇ ਪਏ ਜੇ, ਤੁਸੀਂ ਤੇ ਆਪਣੀ ਕੁਰਸੀ ਬਚਾ ਰਹੇ ਹੋ। ਇਸ ਵਕਤ ਬੇਸਿਕਲੀ ਮੋਟਿਵ ਚਾਹੀਦਾ ਸੀਗਾ ਕਿ ਸਾਰੇ ਇਕੱਠੇ ਹੋ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੇ ਹੋ ਕੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ। ਲੁਧਿਆਣਾ ਐਡਾ ਵੱਡਾ ਡੇਂਜਰਸ ਜ਼ੋਨ ਬਣਿਆ ਹੋਇਆ ਸੀਗਾ, ਪਿੰਡਾਂ ਦੇ ਵਿੱਚ ਵਾਇਰਸ ਵੜ ਗਿਆ, ਪਿੰਡਾਂ ਦੇ ਵਿੱਚ ਵਾਇਰਸ ਵੜ ਜਾਏਗਾ। ਤੇ ਜਿਹੜੀਆਂ ਮੈਨੂੰ ਯਾਦ ਆ ਸੰਗਰੂਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਬੰਦੇ ਦੀ 100 ਕਿੱਲੇ ਪੈਲੀ ਸੀਗੀ ਤੇ ਉਹ ਬੰਦਾ ਪੂਰਾ ਪਰਿਵਾਰ ਹੀ ਕਰੋਨਾ ਦੀ ਭੇਟ ਚੜ ਗਿਆ। ਤੇ ਐਦਾਂ ਦਾ ਕਿਤੇ ਸਾਡੇ ਪਿੰਡੂ ਭਰਾਵਾਂ ਨਾਲ ਨਾ ਹੋ ਜੇ, ਸਾਡੇ ਕਿਸਾਨ ਵੀਰਾਂ ਨਾਲ ਨਾ ਹੋ ਜੇ। ਸਾਨੂੰ ਉਧਰ ਬਚਾਉਣ ਵੱਲ ਹੋਣਾ ਚਾਹੀਦਾ ਸੀਗਾ, ਅਸੀਂ ਇੱਧਰ ਕੁਰਸੀ ਬਚਾਉਣ ਵੱਲ ਹੁੰਦੇ ਪਏ ਆ। ਅੱਜ ਕੱਲ੍ਹ ਤੇ ਲੋਕੀ ਜਾ ਕੇ ਚੀਕੂ ਦਾ ਤੇ ਸੀਤਾਫਲ ਦਾ ਭਾਅ ਪੁੱਛਣ ਲੱਗ ਪਏ ਨੇ ਤੇ ਤੁਸੀਂ ਕਰੋਨਾ ਦੀ ਗੱਲ ਕਰੀ ਜਾਂਦੇ ਜੇ। ਇਸ ਕਰਕੇ ਮੈਨੂੰ ਲੱਗਦਾ ਹੈਗਾ ਕਿ ਜੇ ਮੈਂ ਤਾਰੀਫ ਕੀਤੀ ਸੀ ਤਾਂ ਹੁਣ ਮੈਂ ਕੁਐਸਚਨ ਵੀ ਤੇ ਕਰਨ ਦਾ ਮੈਨੂੰ ਓਨਾ ਹੀ ਰਾਈਟ ਹੈਗਾ। ਮੈਂ ਪੰਜਾਬ ਦਾ ਨਾਗਰਿਕ ਹਾਂ, ਮੈਂ ਬਿਕੌਰ ਕਿਸੇ ਪਾਰਟੀ ਦਾ ਸਪੋਕਸਪਰਸਨ ਹੋਣ ਦੇ ਜਾਂ ਰਿਪਰੈਜ਼ੈਂਟੇਟਿਵ ਹੋਣ ਦੇ ਕੁਐਸਚਨ ਨਹੀਂ ਪੁੱਛ ਰਿਹਾ, ਬਤੌਰ ਇੱਕ ਨਾਗਰਿਕ ਹੋਣ ਦੇ ਨਾਤੇ ਕੁਐਸਚਨ ਪੁੱਛ ਰਿਹਾ ਕਿ ਛੱਡ ਦਿਓ, ਕੁਰਸੀਆਂ ਆਉਂਦੀਆਂ ਰਹਿਣਗੀਆਂ, ਕੁਰਸੀਆਂ ਜਾਂਦੀਆਂ ਰਹਿਣਗੀਆਂ। ਕਿਸੇ ਬੰਦੇ ਦੀ ਇੱਕ ਜ਼ਿੰਦਗੀ ਜਿਹੜੀ ਜੇ ਚਲੀ ਗਈ ਉਹ ਵਾਪਸ ਨਹੀਂ ਜੇ ਆਉਣੀ, ਤੇ ਤੁਹਾਨੂੰ ਕਿਸੇ ਨੇ ਮਾਫ ਨਹੀਂ ਜੇ ਕਰਨਾ। ਹਿਸਟਰੀਆਂ ਯਾਦ ਰੱਖਣਗੀਆਂ। ਜੇ ਅੱਜ ਅਸੀਂ ਸਪੈਨਿਸ਼ ਫਲੂ ਦੀ ਗੱਲ ਕਰਦੇ ਹਾਂ ਤੇ ਲੋਕੀ ਕਰੋਨਾ ਦੀ ਗੱਲ ਵੀ ਸਾਡੀ ਪੀੜ੍ਹੀਆਂ ਨੇ ਯਾਦ ਕਰਨੀ ਹੈ। ਤੇ ਉਸ ਵੇਲੇ ਜਿਹੜਾ ਬੰਦਾ ਉਹਨਾਂ ਦੇ ਨਾਲ ਖੜਾ ਹੋਇਆ ਉਹ ਯਾਦ ਹੋਣਾ। ਜੇ ਡਾਕਟਰ ਸੋਈ ਇਕੱਲਾ 10-12 ਜੇ ਆਕਸੀਜਨ ਕੰਸਨਟਰੇਟਰ ਪ੍ਰੋਵਾਈਡ ਕਰ ਰਿਹਾ, ਜੇ ਅਸੀਂ 1.5-2 ਲੱਖ ਰੁਪਈਆ ਅੱਜ ਅਸੀਂ PM ਕੇਅਰ ਰਿਲੀਫ ਫੰਡ 'ਚ ਵੀ ਭੇਜ ਰਹੇ ਹਾਂ, ਤੇ ਇੱਦਾਂ ਦੇ ਬੜੇ ਸੋਈ ਹੈਗੇ ਨੇ, ਇੱਦਾਂ ਦੇ ਬੜੇ ਪੰਜਾਬੀ ਹੈਗੇ ਨੇ ਜਿਹੜੇ ਆਪਣੀ ਪੰਜਾਬੀਆਂ ਨੂੰ ਬਚਾਉਣ ਵਾਸਤੇ ਤਿਆਰ ਬੈਠੇ ਨੇ। ਤੁਸੀਂ ਇੱਕ ਵਾਰੀ ਹੱਥ ਖੜੇ ਕਰ ਦਿਓ ਕੈਪਟਨ ਸਾਹਿਬ, ਅਸੀਂ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਪੰਜਾਬੀ ਬਚਾ ਲੈਣਗੇ। ਪਰ ਹੱਥ ਖੜੇ ਕਰੋ, ਇੱਦਾਂ ਦੀ ਕਨਫਿਊਜ਼ਨ ਦਾ ਦੀ ਸਟੇਟ ਜਿਹੜੀ ਹੈ ਉਹ ਨਾ ਕਰੋ। ਸਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕੈਪਟਨ ਸਾਹਿਬ ਜਿੱਥੇ ਇੱਕ ਪਾਸੇ ਫ੍ਰੀ ਦੇ ਰਹੇ ਸੀ, ਉੱਥੇ ਇੰਡਸਟਰੀ ਨੇ ਜੇ ਅੱਗੇ ਆਫਰ ਵੀ ਕੀਤੀ ਸੀ ਕਿ ਸਾਨੂੰ ਪੇਡ ਦੇ ਦਿੱਤੀ ਜਾਏ ਤੇ ਪ੍ਰੋਫਿਟ ਨਹੀਂ ਲੈਣਾ ਚਾਹੀਦਾ ਸੀ? ਮੈਂ ਆ ਨਹੀਂ ਕਹਿਣਾ ਚਾਹ ਰਿਹਾ, ਮੈਂ ਕਹਿ ਰਿਹਾ ਜੇ ਜਿਹੜਾ ਜਿਹੜੀ ਆ ਇਕੁਐਲਿਟੀ ਹੈ ਨਾ ਜਿਹੜੀ, ਉਹ ਸਾਰਿਆਂ ਵਾਸਤੇ ਬਰਾਬਰ, ਜਿਹੜਾ ਵੀ ਕੰਮ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸੋਈ ਸਾਹਿਬ, ਥੋੜੀ ਜਿਹੀ ਇੱਥੇ ਇੱਕ ਚੀਜ਼ ਹੋਈ ਕਿਉਂਕਿ ਵੈਕਸੀਨੇਸ਼ਨ ਮਿਲ ਨਹੀਂ ਰਹੀ, ਤੁਹਾਨੂੰ ਵੀ ਪਤਾ, ਤੇ ਇੰਡਸਟਰੀ ਨੂੰ ਐਂ ਲੱਗਿਆ ਕਿ ਸ਼ਾਇਦ ਸਰਕਾਰ ਕੋਲ ਫੰਡ ਦੀ ਕਮੀ ਹੋਵੇ। ਸੋ ਇੰਡਸਟਰੀ ਨੇ ਇੱਕ ਪ੍ਰਪੋਜ਼ਲ ਦਿੱਤਾ ਕਿ ਜੇ ਤੁਹਾਡੇ ਕੋਲ ਫ੍ਰੀ ਨਹੀਂ ਹੈਗੀ, ਕਿਉਂਕਿ ਇਹ ਨਾ ਹੋਵੇ ਫ੍ਰੀ ਦੇ ਚੱਕਰ 'ਚ ਅਸੀਂ ਜਾਨ ਹੀ ਗਵਾ ਬੈਠੀਏ, ਮਿਲੇ ਹੀ ਨਾ, ਦੇਰ ਜ਼ਿਆਦਾ ਹੋ ਜੇ। ਸੋ ਉਹਨਾਂ ਨੇ ਇੱਕ ਆਫਰ ਦਿੱਤੀ ਸੀ ਕਿ ਐਟਲੀਸਟ ਇੰਡਸਟਰੀ ਜਿਹੜੀ ਕਿ ਪੇ ਕਰ ਸਕਦੀ ਹੈ, ਤੁਸੀਂ 1 ਲੱਖ ਡੋਜ਼ ਦੇ ਆਸ-ਪਾਸ ਸਾਨੂੰ ਦੇ ਦਿੱਤੋ, ਤਾਂ ਜੋ ਤੁਹਾਨੂੰ ਉਹ ਤੁਸੀਂ ਰੇਟ ਟੂ ਰੇਟ ਦੇ ਦਿਓ ਜਾਂ ਪ੍ਰੋਫਿਟ ਲੈ ਲਓ, ਸੋ ਦੈਟ ਕਿ ਅਸੀਂ ਇਮੀਡੀਏਟਲੀ, ਕਿਉਂਕਿ ਇੰਡਸਟਰੀ ਦੇ ਵਿੱਚ ਵੀ ਇੱਕ ਫੀਅਰ ਫੈਕਟਰ ਬਹੁਤ ਜ਼ਿਆਦਾ ਹੈ, ਰੋਜ਼
ਫੈਕਟਰੀਆਂ ਚੱਲਦੀਆਂ, ਲੋਕ ਆਉਂਦੇ ਜਾਂਦੇ ਆ। ਸੋ ਉੱਦਾਂ ਦੀਆਂ ਇੱਕ ਗੱਲਾਂ ਹੋਈਆਂ ਸੀ ਜਿਹਦੇ ਤੇ ਅੱਗੇ ਕੈਪਟਨ ਸਰਕਾਰ ਵੱਲੋਂ ਇਦਾਂ ਦਾ ਪ੍ਰਪੋਜ਼ਲ ਦਿੱਤਾ ਗਿਆ। ਸੰਦੀਪ ਜੀ, ਜੇ ਇਦਾਂ ਦੀ ਗੱਲ ਹੁੰਦੀ ਤੇ ਇੰਡਸਟਰੀ ਵਾਲੇ ਆਪਸ ਵਿੱਚ ਮੈਸੇਜ ਨਾ ਕਰਦੇ ਕਿ ਸਾਨੂੰ 430 ਰੁਪਏ ਦੀ ਵੈਕਸੀਨ ਜਿਹੜੀ ਹੈ ਸਰਕਾਰ ਦੇ ਰਹੀ ਹੈ, ਫਿਰ ਤੇ ਇੰਡਸਟਰੀ ਇਕੱਠੀ ਹੋ ਕੇ ਫਿਰ ਵੀ ਮੈਨੂੰ ਆ ਲੱਗਦਾ ਸੀਗਾ ਕਿ ਕੈਪਟਨ ਸਾਹਿਬ ਬੜੇ ਸਿਆਣੇ ਨੇ, ਇਹਨਾਂ ਦੇ ਬੜੇ ਅੱਛੇ ਸਲਾਹਕਾਰ ਰੱਖੇ ਹੋਏ ਨੇ। ਇਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਜਿਹੜਾ ਫੰਡ ਹੈਗਾ ਉਹ ਸੀਐਮ ਰਿਲੀਫ ਫੰਡ ਦੇ ਵਿੱਚ ਲੈ ਲੈਂਦੇ ਪੈਸਾ ਤੇ ਵੈਕਸੀਨ ਆਪ ਖਰੀਦ ਕੇ ਦਿੰਦੇ। ਜਦੋਂ ਸਰਕਾਰ ਨੈਗੋਸ਼ੀਏਟ ਕਰਦੀ ਹੈ ਤੇ ਸਰਕਾਰ ਬੈਟਰ ਨੈਗੋਸ਼ੀਏਟ ਕਰ ਸਕਦੀ ਹੈ, ਬੈਟਰ ਪੋਜੀਸ਼ਨ ਹੁੰਦੀਆਂ ਨੇ ਨੈਗੋਸ਼ੀਏਟ ਕਰਨ ਦੀ। ਫਿਰ 430 ਰੁਪਏ ਕਿਲੋ 200 ਰੁਪਇਆ ਕਿਉਂ ਨਹੀਂ? ਸਰਕਾਰ ਵੱਲੋਂ ਹੀ ਆਇਆ ਸਰ, ਜਿਹੜਾ ਆਰਡਰ ਆਇਆ ਸਰਕਾਰ ਵੱਲੋਂ ਡੀਸੀ ਸਾਹਿਬ ਐਜ਼ ਪਰ ਇੰਡਸਟਰੀ ਕਿ ਡੀਸੀ ਸਾਹਿਬ ਜਾਂ GMDIC ਵੱਲੋਂ ਹੀ ਇੱਕ ਮੈਸੇਜ ਦਿੱਤਾ ਗਿਆ ਕਿ ਜਿਹੜੇ ਵੀ ਇੰਡਸਟਰੀਜ਼ ਨੂੰ ਚਾਹੀਦੀ ਹੈ, ਇੰਡਸਟਰੀਅਲ ਹਾਊਸ ਨੂੰ ਚਾਹੀਦੀ ਹੈ, ਉਹ 430 ਰੁਪਏ ਦੇ ਹਿਸਾਬ ਨਾਲ ਪੇ ਕਰ ਸਕਦਾ। ਨਹੀਂ, ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਕਿ ਤੁਸੀਂ ਸਰਕਾਰ ਨੂੰ ਪੈਸੇ ਦੇ ਦਿਓ ਨਾ ਤੇ ਅੱਗੇ ਫ੍ਰੀ ਵੰਡੋ। ਫਿਰ ਤੁਸੀਂ ਆ ਸ਼ੋਅ ਕਾਹਨੂੰ ਕਰ ਰਹੇ ਹੋ? ਜੇ ਇੰਡਸਟਰੀ ਪੈਸਾ ਦੇ ਕੇ ਇੰਡਸਟਰੀ ਆਪਣੇ ਆਪ ਨੂੰ ਮੈਡਲ ਲਾਉਣਾ ਚਾਹੁੰਦੀ ਹੈ ਕਿ ਅਸੀਂ ਵੈਕਸੀਨ ਲਵਾਤੇ, ਉਹ ਜਿਹੜੇ ਵਰਕਰ ਨੇ ਤੁਹਾਡੇ ਵਰਕਰ ਹੀ ਨੇ ਨਾ। ਤੇ ਇਸ ਕਰਕੇ ਦੇਖੋ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਤੁਸੀਂ ਅੱਜ ਸੰਦੀਪ ਜੀ ਮੈਂ ਜਾ ਕੇ ਵੈਕਸੀਨ ਲਵਾ ਕੇ ਆਵਾਂ, ਮੈਨੂੰ ਵੈਕਸੀਨ ਫ੍ਰੀ ਲੱਗੇ, ਤੁਸੀਂ ਵੈਕਸੀਨ ਲਵਾ ਕੇ ਆਓ, ਤੁਹਾਨੂੰ ਤੁਹਾਡਾ ਮਾਲਕ ਕਵੇ ਯਾਰ ਤੈਨੂੰ 430 ਰੁਪਏ ਦੇ ਕੇ ਵੈਕਸੀਨ ਮੈਂ ਲਵਾਈ ਸੀਗੀ, ਤੇ ਤੁਹਾਨੂੰ ਫੀਲ ਨਹੀਂ ਹੋਏਗਾ। ਤੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਪਬਲਿਕ ਵੈਲਫੇਅਰ ਸਟੇਟ ਹੈ। ਜੇ ਤੁਸੀਂ ਫੰਡ ਇਕੱਠਾ ਕਰਦੇ ਹੋ, GST ਇਕੱਠਾ ਕਰਦੇ ਹੋ, ਤੇ ਕਿਸ ਵਾਸਤੇ ਕਰਦੇ ਹੋ? ਇਹਦਾ ਮਤਲਬ ਤੁਹਾਡੇ ਕੋਲ ਪੈਸੇ ਹੈ ਨਹੀਂ। ਫਿਰ ਮੈਂ ਤਾਂ ਤੁਹਾਨੂੰ ਪਹਿਲੀ ਗੱਲ ਹੀ ਕੀਤੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਫਿਰ ਹੱਥ ਖੜੇ ਕਰ ਦਿਓ, ਫਿਰ ਪੰਜਾਬੀਆਂ ਨੂੰ ਕਹਿ ਦਿਓ ਵੀ ਪੰਜਾਬੀਓ ਆਪਣਾ ਬਚਾਅ ਆਪੇ ਕਰ ਲਓ। ਫਿਰ ਤੁਹਾਨੂੰ ਕਹਿਣ ਦੀ ਜ਼ਰੂਰਤ ਹੀ ਕੋਈ ਨਹੀਂ। ਹੈਲਥ ਸਟੇਟ ਸਬਜੈਕਟ ਹੈਗਾ। ਜਦੋਂ ਹੈਲਥ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਕੈਪਟਨ ਸਾਹਿਬ, ਤਾਂ ਤੁਸੀਂ ਪੰਜਾਬੀਆਂ ਨੂੰ ਖੜੇ ਹੋ ਕੇ ਕਹਿ ਦਿਓ। ਦੇਖੋ ਇੰਡਸਟਰੀ ਕੀ ਕਰਦੀ ਹੈ ਜਾਂ ਕੀ ਨਹੀਂ ਕਰਦੀ। ਤੁਸੀਂ ਇੰਡਸਟਰੀਲਿਸਟ ਜਾ ਕੇ ਪਹਿਲਾਂ ਵੀ ਜਦੋਂ ਇਲੈਕਸ਼ਨ ਫੰਡਿੰਗ ਜਾ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਨੇ, MLA ਜਾਂ ਮੰਤਰੀ ਜਾ ਕੇ ਲੈਣ ਜਾਂਦੇ ਨੇ, ਤਾਂ ਉਹ ਵੀ ਤਾਂ ਲੈਣ ਜਾਂਦੇ ਨੇ ਨਾ। ਤੁਸੀਂ ਫੰਡਿੰਗ ਇਕੱਠੀ ਕਰਕੇ ਆਪਣੇ ਵੱਲੋਂ ਫ੍ਰੀ ਦਿਓ। ਲੋਕਾਂ 'ਚ ਮੈਸੇਜ ਨਹੀਂ ਜਾਣਾ ਚਾਹੀਦਾ ਕਿ ਸਾਨੂੰ ਵੈਕਸੀਨ ਦੇ ਪੈਸੇ ਲੈ ਕੇ ਸਾਨੂੰ ਵੈਕਸੀਨ ਲਵਾਈ ਗਈ ਹੈ। ਅੱਜ ਮੈਂ ਤੁਹਾਡੀ ਤਾਰੀਫ ਕਰਨੀ ਚਾਹੁੰਦਾ ਕਿ ਤੁਸੀਂ 1500 ਰੁਪਏ ਦੀ ਫਤਿਹ ਕਿੱਟ ਜਿਹੜੀ ਹੈ, ਇੱਕ ਬੰਦਾ ਇਨਫੈਕਟਡ ਹੋ ਜਾਂਦਾ ਤੁਸੀਂ ਫ੍ਰੀ ਦਿੰਦੇ ਹੋ। ਉਹਦੇ ਵਿੱਚ ਚਾਹੇ ਉਹ ਆਕਸੀਮੀਟਰ ਹੋਵੇ, ਚਾਹੇ ਸਟੀਮ ਕਿੱਟ ਸਟੀਮ ਹੋਵੇ, ਚਾਹੇ ਬਾਕੀ ਦਵਾਈਆਂ ਹੋਣ, ਤੇ ਤੁਸੀਂ ਵਾਈ ਕਾਂਟ ਯੂ ਗਿਵ ਦਿਸ ਵੈਕਸੀਨ ਫ੍ਰੀ ਯਾਰ। ਇੱਦਾਂ ਦੀ ਇੱਕ ਕਨਫਿਊਜ਼ਨ ਦੀ ਸਟੇਟ ਨਾ ਕਰੋ। ਤੁਹਾਨੂੰ ਜਿਹੜੀਆਂ ਅਗਲੀਆਂ ਸਾਨੂੰ ਜਨਰੇਸ਼ਨਸ ਨੇ ਉਹ ਯਾਦ ਰੱਖਣੀਆਂ ਕਿ ਚੀਜ਼ਾਂ ਨੂੰ, ਵੀ ਸਾਨੂੰ ਵੈਕਸੀਨ ਪੈਸੇ ਲੈ ਕੇ ਸਾਨੂੰ ਲਿਖੀ ਗਈ ਸੀ। ਦੇਖੋ ਇੱਕ ਗੱਲ ਹੁੰਦੀ ਹੈ, ਹੈਲਦੀ ਬੰਦੇ ਵਾਸਤੇ ਪੈਸੇ ਲਓ, ਜਿਹੜਾ ਬੰਦਾ ਇਨਫੈਕਟਡ ਆ ਉਹਨੂੰ ਤੁਸੀਂ ਫ੍ਰੀ ਦਿਓ। ਮਤਲਬ ਤੁਸੀਂ ਚਾਹੁੰਦੇ ਕੀ ਜੇ? ਬੰਦਾ ਇਨਫੈਕਟਡ ਹੋ ਕੇ ਫ੍ਰੀ ਤੁਹਾਡੇ ਕੋਲ ਕਿੱਟਾਂ ਲਵੇ? ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ ਦੀ, ਕਨਫਿਊਜ਼ਨ ਹੈ। ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੇ ਦੋਸਤੋ ਇਹ ਸੀਗੇ ਕਮਲਜੀਤ ਸੋਈ ਜੀ, ਜਿਨ੍ਹਾਂ ਨੇ ਪੰਜਾਬ ਸਰਕਾਰ ਤੇ ਕੈਪਟਨ ਸਰਕਾਰ ਤੇ ਬੜੇ ਸਾਰੇ ਕੁਐਸਚਨ ਖੜੇ ਕਰ ਦਿੱਤੇ ਹੈ। ਇਹਨਾਂ ਨੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਸਰਕਾਰ ਚਾਹੁੰਦੀ ਕੀ ਹੈ। ਸਰਕਾਰ ਦੀ ਡਿਟਰਮੀਨੇਸ਼ਨ, ਇੱਛਾ ਸ਼ਕਤੀ ਤੇ ਇਹਨਾਂ ਨੇ ਸਵਾਲ ਖੜੇ ਕਰ ਦਿੱਤੇ ਹੈ ਕਿ ਇੱਕ ਪਾਸੇ ਜਿਹੜੇ ਕਿ ਇਫੈਕਟਡ ਮਰੀਜ਼ ਆ ਉਹਨਾਂ ਨੂੰ 1500 ਰੁਪਏ ਦੀ, ਜੀ ਹਾਂ 1500 ਰੁਪਏ ਦੀ ਕਿੱਟ ਤਾਂ ਫ੍ਰੀ ਦਿੱਤੀ ਜਾ ਰਹੀ ਹੈ, ਪਰ ਕੀ ਸਰਕਾਰ ਆਪਣਾ ਇਹ ਵਿਜ਼ਨ ਨਹੀਂ ਰੱਖ ਸਕਦੀ ਕਿ ਉਹੀ 1500 ਰੁਪਏ ਦੀ ਕਿੱਟ ਖਰਚਣ ਨਾਲੋਂ ਫਟਾਫਟ ਪਹਿਲਾਂ ਵੈਕਸੀਨੇਸ਼ਨ ਲਗਾ ਦਿੱਤੀ ਜਾਏ, ਜਿਹੜੀ ਕਿ ਸਿਰਫ 430 ਰੁਪਏ ਦੀ ਜੇ ਲੋਕਾਂ ਨੂੰ ਵੇਚੀ ਜਾ ਰਹੀ ਹੈ, ਸਰਕਾਰ ਨੂੰ ਤਾਂ ਉਸ ਤੋਂ ਵੀ ਸਸਤੀ ਪੈਂਦੀ ਹੈ। ਸੋ ਇਹ ਸੀ ਸਾਰੇ ਇਹਨਾਂ ਦੇ ਸਵਾਲ ਜਵਾਬ ਜਿਹੜੇ ਕਿ ਅਸੀਂ ਪ੍ਰਸ਼ਾਸਨ ਤੱਕ, ਸਰਕਾਰ ਤੱਕ ਐਜ਼ ਇਟ ਇਜ਼ ਪਹੁੰਚਾ ਦਿੱਤੇ ਹੈ। ਹੁਣ ਦੇਖਦੇ ਹਾਂ ਸਰਕਾਰ ਇਹਨਾਂ ਨੂੰ ਕਿੱਦਾਂ ਲੈਂਦੀ ਹੈ ਤੇ ਕੀ ਆਪਣੀ ਸਾਖ ਬਚਾ ਪਾਉਂਦੀ ਹੈ ਇਸ ਕੋਵਿਡ ਦੀ ਲੜਾਈ 'ਚ। ਇੱਦਾਂ ਹੀ ਹੋਰ ਵੀ ਚੀਜ਼ਾਂ ਨਾਲ ਜਾਣੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ।